ਪ੍ਰਾਈਵੇਟ ਸਕੂਲ ਫੈਡਰੇਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਵਾਸਤੇ ਅਵਾਰਡ ਸੈਰੇਮਨੀ ਕੀਤੀ ਗਈ ਹੈ। ਇਹਦੇ 'ਚ ਇਹ ਨੈਸ਼ਨਲ ਅਵਾਰਡ ਸੈਰੇਮਨੀ ਕਿਉਂਕਿ ਬਾਕੀ ਸਟੇਟਾਂ ਦੇ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ ਹੈ, ਲੇਕਿਨ ਇਹ ਬਹੁਤ ਲੰਬੇ ਅਰਸੇ ਬਾਅਦ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਵਾਸਤੇ ਕਿਸੇ ਸਨਮਾਨ ਦੀ ਅਵਾਰਡ ਦੀ ਸ਼ੁਰੂਆਤ ਹੋਈ ਹੈ। ਔਰ ਮੈਂ ਸਮਝਦਾ ਕਿ ਪ੍ਰਾਈਵੇਟ ਸਕੂਲ ਫੈਡਰੇਸ਼ਨ ਤੇ ਉਹਨਾਂ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਜੀ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ। ਔਰ ਅੱਜ ਵਿਸ਼ੇਸ਼ ਗੱਲ ਇਹ ਰਹੀ ਹੈ ਕਿ ਮੁੱਖ ਮੰਤਰੀ ਜੀ ਖੁਦ ਇਸ ਸਮਾਗਮ ਦਾ ਹਿੱਸਾ ਬਣੇ ਨੇ। ਉਹਨਾਂ ਨੇ ਆਪ ਖੁਦ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਅਧਿਆਪਕਾਂ ਦਾ ਜਿਹੜਾ ਸਨਮਾਨ ਹੋਣਾ ਚਾਹੀਦਾ। ਡਾਕਟਰ ਜਗਜੀਤ ਸਿੰਘ ਜੀ ਮੇਰੇ ਨਾਲ ਜੁਆਇਨ ਕਰ ਚੁੱਕੇ ਆ ਔਰ ਮੈਂ ਇੱਕ ਵਾਰ ਫਿਰ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਨਿਵੇਕਲੀ ਸ਼ੁਰੂਆਤ ਕੀਤੀ ਹੈ, ਕਿਉਂਕਿ 50% ਤੋਂ ਜ਼ਿਆਦਾ ਵੱਡਾ ਯੋਗਦਾਨ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਹੈ। ਔਰ ਪ੍ਰਾਈਵੇਟ ਸਕੂਲ ਫੈਡਰੇਸ਼ਨ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਦੇ ਹਿੱਤਾਂ ਵਾਸਤੇ ਲੰਬੇ ਸਮੇਂ ਤੋਂ ਵੱਖਰੇ ਤਰ੍ਹਾਂ ਦੇ ਜਿਹੜੇ ਕਾਰੋਬਾਰ ਜਾਂ ਸੰਘਰਸ਼ ਕਰਦੀ ਸੀ, ਲੇਕਿਨ ਇਹਨਾਂ ਨੇ ਨਿਵੇਕਲੀ ਪਹਿਲਕਦਮੀ ਕੀਤੀ ਹੈ ਕਿ ਇਹਨਾਂ ਨੇ ਸਕੂਲ ਅਧਿਆਪਕਾਂ ਦੀ ਕੁਆਲਿਟੀ ਮਿਆਰ, ਸਕੂਲਾਂ ਦੇ ਮਿਆਰ ਨੂੰ ਸਨਮਾਨ ਦੇਣ ਵਾਸਤੇ ਇੱਕ ਬਹੁਤ ਅੱਛੀ ਪਹਿਲਕਦਮੀ ਕੀਤੀ ਹੈ। ਔਰ ਉਸ ਪਹਿਲਕਦਮੀ ਦੇ ਵਿੱਚ ਇਹਨਾਂ ਨੇ ਜਿਹੜੇ ਕੁਆਲਿਟੀ ਪੈਰਾਮੀਟਰਸ ਨੇ ਔਨ ਮੈਟ ਕੀਤਾ ਸਾਰਾ ਕੁਛ ਇਹਨਾਂ ਨੇ। ਔਰ ਇਹਨਾਂ ਨੇ ਵਿਸ਼ੇਸ਼ ਗੱਲ ਇਹ ਕੀਤੀ ਹੈ ਕਿ ਇਹਨਾਂ ਨੇ ਆਪਣੇ ਸਕੂਲਾਂ ਨੂੰ ਉਸ ਕੈਟੇਗਰੀ 'ਚੋਂ ਬਾਹਰ ਰੱਖਿਆ ਤਾਂ ਕਿ ਕੋਈ ਪੱਖਪਾਤ ਦੀ ਗੱਲ ਉਹਦੇ ਵਿੱਚ ਨਾ ਆਵੇ। ਤਾਂ ਮੈਂ ਸਮਝਦਾ ਕਿ ਬਹੁਤ ਚੰਗੀ ਸ਼ੁਰੂਆਤ ਹੈ। ਔਰ ਮੁੱਖ ਮੰਤਰੀ ਜੀ ਨੇ ਜਿਹੜੇ ਅੱਜ ਐਲਾਨ ਕੀਤੇ ਨੇ ਬੜੇ ਸਧਾਰਨ ਗੱਲਬਾਤ ਦੇ ਵਿੱਚ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ। ਮੈਂ ਇੱਕ ਤਾਂ ਜੀ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜ਼ਿਆਦਾ ਬੱਚਾ ਹੁਣ ਇਸ ਵੇਲੇ ਪ੍ਰਾਈਵੇਟ ਸੰਸਥਾਵਾਂ ਵਿੱਚ ਹੈ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਸਰਕਾਰੀ ਵਿੱਚ ਵੀ ਹੈ, ਲੇਕਿਨ ਸਰਕਾਰੀ ਸੰਸਥਾ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਕਨਸੈਸ਼ਨਲ ਬੱਸ ਪਾਸ ਜਿਹੜਾ ਸੀਗਾ ਉਹਦੀ ਸਹੂਲਤ ਮਿਲਦੀ ਸੀ। ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਵਿਦਿਆਰਥੀ ਨੂੰ ਸਹੂਲਤ ਨਹੀਂ ਮਿਲਦੀ ਸੀ ਔਰ ਬੱਚਾ ਬਹੁਤ ਖੱਜਲ ਖਰਾਬ ਹੋ ਰਿਹਾ ਸੀ। ਲੰਬੇ ਸਮੇਂ ਤੋਂ ਇਹ ਮਸਲਾ ਲਟਕ ਰਿਹਾ ਸੀ ਔਰ ਮੁੱਖ ਮੰਤਰੀ ਜੀ ਨੇ ਅੱਜ ਇਹ ਗੱਲ ਖੁਦ ਮਹਿਸੂਸ ਕੀਤੀ। ਉਹਨਾਂ ਕਿਹਾ ਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਬੱਸ ਪਾਸ ਬਣਾ ਕੇ ਹੀ ਸਫ਼ਰ ਕਰਦਾ ਰਿਹਾ ਔਰ ਇਹ ਸਹੂਲਤ ਵਿਦਿਆਰਥੀ ਨੂੰ ਮਿਲਦੀ ਨਾ ਕਿ ਸੰਸਥਾ ਨੂੰ ਮਿਲਣ ਵਾਲੀ ਗੱਲ 'ਚ ਪੱਖਪਾਤ ਕੀਤਾ ਜਾ ਸਕਦਾ ਹੈ ਕਿ ਪ੍ਰਾਈਵੇਟ ਹੈ, ਲੇਕਿਨ ਜਿਹੜੀ ਸਹੂਲਤੀ ਵਿਦਿਆਰਥੀ ਨੂੰ ਹੈ, ਫਿਰ ਪੰਜਾਬ ਦਾ ਬੱਚਾ ਕਿਸੇ ਸੰਸਥਾ 'ਚ ਪੜ੍ਹਦਾ ਤਾਂ ਹੱਕ ਹੈ ਕਿ ਜੋ ਸਟੇਟ ਦੇ ਵਿੱਚ ਸਹੂਲਤ ਮਿਲ ਰਹੀ ਹੈ ਵਿਦਿਆਰਥੀਆਂ ਨੂੰ ਉਹਨੂੰ ਦਿੱਤੀ ਜਾਵੇ। ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਜਿਹੜੀ ਸਹੂਲਤ ਆ ਉਹ ਦਿੱਤੀ ਜਾਵੇਗੀ ਔਰ ਦਿੱਤੀ ਜਾਣੀ ਚਾਹੀਦੀ ਹੈ। ਦੂਸਰੀ ਵੱਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਅਧਿਆਪਕਾਂ ਵਾਸਤੇ, ਖਾਸ ਕਰਕੇ ਉਹਨਾਂ ਨੇ ਗੱਲ ਕਹੀ ਹੈ ਕਿ ਅਧਿਆਪਕ ਦਾ ਸਨਮਾਨ ਹੋਣਾ ਚਾਹੀਦਾ। ਔਰ ਪ੍ਰਾਈਵੇਟ ਜਿਹੜੀ ਅੱਜ ਸੈਕਟਰ ਦੇ ਅਧਿਆਪਕਾਂ ਦੀ ਸਨਮਾਨ ਸਮਾਰੋਹ ਹੋਇਆ, ਉਹਨਾਂ ਨੇ ਇਹਦੀ ਪ੍ਰਸ਼ੰਸਾ ਕੀਤੀ ਹੈ, ਲੇਕਿਨ ਸਰਕਾਰੀ ਅਧਿਆਪਕਾਂ ਵਾਸਤੇ ਉਹਨਾਂ ਨੇ ਇੱਕ ਵੱਡੀ ਗੱਲ ਕਰਦਿਆਂ ਜਿਹੜੀ ਗੱਲ ਕਹੀ ਹੈ ਕਿ ਜਿਹੜੇ ਸਰਕਾਰੀ ਅਧਿਆਪਕਾਂ ਦੀਆਂ ਨਿਯੁਕਤੀਆਂ ਬਾਰਡਰ ਏਰੀਆ ਵਿੱਚ ਹੋਣ ਕਰਕੇ ਰਿਸਟ੍ਰਿਕਸ਼ਨ ਸੀ ਕਿ 3 ਸਾਲ ਉੱਥੇ ਸੇਵਾ ਕਰਨੀ ਪੈਂਦੀ ਹੈ। ਔਰ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਉੱਥੇ ਜਿਹੜੀਆਂ ਨੌਜਵਾਨ ਲੜਕੀਆਂ ਜਿਨ੍ਹਾਂ ਦਾ ਹਾਲੇ ਨਾਲ ਮਾਪਿਆਂ ਨੂੰ ਰਹਿਣਾ ਪੈ ਰਿਹਾ ਉੱਥੇ, ਉਹ ਬੜੀ ਵੱਡੀ ਇੱਕ ਖੱਜਲ ਖਰਾਬੀ ਹੈ। ਔਰ ਉਹਦਾ ਹੱਲ ਵੀ ਸਧਾਰਨ ਕੀਤਾ ਕਿ ਉਹ ਘਰ ਦੇ ਨੇੜੇ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਅਤੇ ਬਾਰਡਰ ਏਰੀਆ ਦੇ ਬੱਚਿਆਂ ਨੂੰ ਹੀ ਨਿਯੁਕਤੀਆਂ ਦਿੱਤੀਆਂ ਜਾਣ। ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਰਾਹਤ ਹੈ ਪੰਜਾਬ ਦੇ ਅਧਿਆਪਕਾਂ ਦੇ ਵਾਸਤੇ। ਔਰ ਤਬਾਦਲਾ ਨੀਤੀ ਦਾ ਵੀ ਉਹਨਾਂ ਸੰਕੇਤ ਜਿਹੜਾ ਦਿੱਤਾ ਹੈਗਾ ਕਿ ਜਿਹੜੇ ਤਬਾਦਲੇ ਆ ਉਹ ਅਧਿਆਪਕ ਨੂੰ ਸਹੂਲਤ ਪ੍ਰਦਾਨ ਕਰਨ ਵਾਸਤੇ ਕੀਤੇ ਜਾਣ ਕਿ ਅਧਿਆਪਕ ਦੀ ਜ਼ਿੰਦਗੀ ਸੌਖੀ ਕੀਤੀ ਜਾਵੇ। ਉਹਨਾਂ ਨੇ ਮੁੱਖ ਦੀ ਗੱਲ ਕੀਤੀ ਹੈ ਕਿ ਜਿਹੜਾ ਅਧਿਆਪਕ ਹੈ ਜੇ ਉਹ ਕਿਸੇ ਪ੍ਰੈਸ਼ਰ ਤੋਂ ਮੁਕਤ ਹੋਏਗਾ ਤੇ ਉਹ ਚੰਗੀ ਡਿਊਟੀ ਕਰ ਸਕਦਾ। ਤੀਜੀ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਆਊਟਸੋਰਸਿੰਗ ਦੇ ਵਿੱਚ, ਸਰਕਾਰੀ ਵਿਭਾਗਾਂ ਦੇ ਵਿੱਚ ਵੀ ਅਧਿਆਪਕਾਂ ਦੀ ਭਰਤੀ ਕੀਤੀ ਜਾਂਦੀ ਹੈ ਬਾਹਰਲੀਆਂ ਕੰਪਨੀਆਂ ਤੋਂ ਘੱਟ ਤਨਖਾਹ ਤੇ, ਉਹਨਾਂ ਨੇ ਉਹਦਾ ਵੀ ਸੰਕੇਤ ਦਿੱਤਾ ਹੈ ਕਿ ਉਹ ਸ਼ਾਇਦ ਉਹ ਕਹਿੰਦੇ ਕਿ ਉਹ ਚੰਗੀ ਗੱਲ ਨਹੀਂ ਹੈ, ਅਧਿਆਪਕ ਨੂੰ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ। ਮੈਂ ਸਮਝਦਾ ਕਿ 3-4 ਜਿਹੜੇ ਐਲਾਨ ਨੇ ਉਹਨਾਂ ਦੇ ਉਹ ਬੜੇ ਮੀਨਿੰਗਫੁਲ ਹੈ ਐਜੂਕੇਸ਼ਨ ਸੈਕਟਰ ਦੇ ਵਾਸਤੇ। ਔਰ ਉਹਦੇ ਬਾਰੇ ਜਗਜੀਤ ਸਿੰਘ ਜੀ ਨੇ, ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਅਵਾਰਡ ਸੈਰੇਮਨੀ ਬਾਰੇ, ਫੈਡਰੇਸ਼ਨ ਬਾਰੇ ਉਹ ਸਾਰੀਆਂ ਗੱਲਾਂ ਇਹ ਜ਼ਰੂਰ ਰੱਖਣ। ਇਹਨਾਂ ਨੇ ਮੰਗਾਂ ਵੀ ਰੱਖੀਆਂ ਉਹਨਾਂ ਸਾਹਮਣੇ, ਵਿਦਿਅਕ ਸੰਸਥਾਵਾਂ ਦੀਆਂ ਮੰਗਾਂ ਰੱਖੀਆਂ, ਉਹਦੇ ਬਾਰੇ ਵੀ ਮੈਂ ਚਾਹੂੰਗਾ ਕਿ ਜ਼ਰੂਰ ਇਹ ਆਪਣੀ ਗੱਲ ਰੱਖੀ। ਸਰ ਇੱਥੇ ਵੱਡੇ ਮਤਲਬ ਕਿ ਸੰਸਥਾਨ ਦੇ ਮੁਖੀ ਹੋ, ਜਿਹੜਾ ਇੱਕ ਟੀਚਰ ਦੀ ਆਇਡੈਂਟੀਟੀ ਵਾਸਤੇ ਬੈਚ ਸਟਾਰਟ ਕੀਤਾ ਗਿਆ ਫੈਬ ਵੱਲੋਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਡਾਕਟਰ ਜਗਜੀਤ ਸਿੰਘ ਜੀ ਨੂੰ ਦੱਸੂੰਗਾ ਕਿਉਂਕਿ ਇਹਨਾਂ ਨੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ ਕਿ ਪੂਰੀ ਦੁਨੀਆ ਦੇ ਵਿੱਚ, ਇਕੱਲਾ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਵਿੱਚ ਹਰੇਕ ਪੇਸ਼ੇ ਦੇ ਵਿੱਚ ਉਹਦੀ ਕੋਈ ਵਿਲੱਖਣ ਪਹਿਚਾਣ ਵਾਸਤੇ ਕੋਈ ਚਿੰਨ੍ਹ ਹੈ। ਅਧਿਆਪਕ ਵਾਸਤੇ ਚਿੰਨ੍ਹ ਨਹੀਂ ਸੀ, ਵਕੀਲ ਵਾਸਤੇ ਵੀ ਹੈ, ਡਾਕਟਰ ਵਾਸਤੇ ਵੀ ਹੈ,
ਇਹਨਾਂ ਨੇ ਅਧਿਆਪਕ ਵਾਸਤੇ ਵੱਡਾ ਵਰਗ ਇਹਨੇ ਕੀਤਾ। ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ, ਸ਼ਲਾਘਾ ਮੈਂ ਕਰੂੰਗਾ ਕਿ ਉਹ ਜ਼ਰੂਰ ਦੱਸਣ ਕਿ ਇਹਦੇ ਪਿੱਛੇ ਇਹਨਾਂ ਦੀ ਫਿਲਾਸਫੀ ਕੀ ਸੀ ਔਰ ਕੀ ਸੋਚ ਕੇ ਇਹਨਾਂ ਨੇ ਕੀਤਾ। ਪਹਿਲੇ ਤਾਂ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਅਕਸਰ ਇਹ ਗੱਲ ਕਹਿੰਦੇ ਹੋ ਕਿ ਸਰਕਾਰੀ ਸਕੂਲਾਂ ਕਰਕੇ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਉਹ ਪਿੱਛੇ ਜਾ ਰਹੇ ਨੇ। ਆਪਾਂ ਪਹਿਲਾਂ ਅਵਾਰਡ ਤੋਂ ਸ਼ੁਰੂਆਤ ਕਰ ਲਈਏ, ਆਪਾਂ ਲਾਸਟ ਤੇ ਸਵਾਲ ਕਰਾਂਗੇ, ਪਹਿਲਾਂ ਹੀ ਨਾ ਆਪਾਂ ਇਹ ਸਵਾਲ ਕਰਾਂਗੇ। ਅੱਗੇ ਹੋ ਜਾਓ, ਆਵਾਜ਼ ਨਹੀਂ ਆਉਣੀ, ਸ਼ੋਰ ਜ਼ਿਆਦਾ ਹੈ ਸਰ ਜੀ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਨੇ ਪੰਜਾਬ ਦੇ ਸਾਰੇ CBSE ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਾਰੇ ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ। ਲਗਭਗ 6500 ਸਕੂਲ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ। ਅਸੀਂ ਜਿੱਥੇ ਆਪਦੇ ਹੱਕਾਂ ਦੀ ਰਾਖੀ ਕਰਦੇ ਹਾਂ ਉਸ ਦੇ ਨਾਲ ਅਸੀਂ ਕੁਆਲਿਟੀ ਐਜੂਕੇਸ਼ਨ ਤੇ ਕੰਮ ਸਟਾਰਟ ਕੀਤਾ ਔਰ ਜਿਨ੍ਹਾਂ ਕਰਕੇ ਕੁਆਲਿਟੀ ਐਜੂਕੇਸ਼ਨ ਹੁੰਦੀ ਹੈ, ਟੀਚਰਸ, ਪ੍ਰਿੰਸੀਪਲਸ, ਉਹਨਾਂ ਲਈ ਅਸੀਂ ਅਵਾਰਡ ਸਟਾਰਟ ਕੀਤੇ ਨੇ। ਪਹਿਲਾਂ ਇਹ ਅਵਾਰਡ ਸੀ ਜਿਹੜੇ ਉਹ ਸਿਰਫ ਸਰਕਾਰੀ ਅਧਿਆਪਕਾਂ ਨੂੰ ਮਿਲਦੇ ਸੀ ਸਰਕਾਰ ਦੁਆਰਾ। ਅਸੀਂ 11 ਸਤੰਬਰ ਨੂੰ 701 ਪ੍ਰਿੰਸੀਪਲ ਅਤੇ ਇੰਸਟੀਚਿਊਸ਼ਨਸ ਨੂੰ ਇੱਥੇ ਹੀ ਚੰਡੀਗੜ੍ਹ ਯੂਨੀਵਰਸਿਟੀ 'ਚ ਅਵਾਰਡ ਦਿੱਤੇ ਸੀ ਅਤੇ ਹੁਣ ਅੱਜ ਅਸੀਂ 805 ਅਧਿਆਪਕ ਨੇ ਜਿਹੜੇ ਜਿਹਦੇ ਵਿੱਚੋਂ ਬਹੁਤੇ ਪੰਜਾਬ ਸਟੇਟ 'ਚੋਂ ਨੇ। ਇਸ ਤੋਂ ਇਲਾਵਾ ਲਗਭਗ 75 ਦੇ ਕਰੀਬ 16 ਸਟੇਟਸ ਤੋਂ ਅਧਿਆਪਕ ਆਏ ਨੇ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ। ਔਰ ਇਸ ਅਵਾਰਡ ਸਮਾਰੋਹ ਆ ਜਿਹੜਾ, ਇਸ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਸੀ। ਉਹਨਾਂ ਦਾ ਰਹਿਣ ਦਾ ਇੱਥੇ ਜੋ ਵੀ ਰੱਖ ਰਖਾਓ ਦਾ ਜੋ ਵੀ ਖਰਚਾ ਹੈਗਾ ਉਹ ਜਿਹੜਾ ਫੈਡਰੇਸ਼ਨ ਤੇ ਯੂਨੀਵਰਸਿਟੀ ਕਰ ਰਹੀ ਹੈ। ਇਸ ਲਈ ਇਹ ਬਿਲਕੁਲ ਜਿਹੜਾ ਹੈਗਾ ਸਨਮਾਨ ਦੇ ਉਸ ਦੇ ਵਿੱਚ ਆ। ਤੇ ਦੂਜੀ ਵਿਲੱਖਣ ਗੱਲ ਇਹਦੇ ਵਿੱਚ ਆ, ਇਹਦੇ ਲਈ ਟੀਚਰਸ ਨੇ ਅਪਲਾਈ ਕੀਤਾ ਸੀ, ਉਹਨਾਂ ਨੇ ਆਪਣੀਆਂ ਵੀਡੀਓਜ਼, ਪ੍ਰੋਫਾਈਲ, ਉਹਦੀ ਪ੍ਰੋਪਰ ਵੈਲਿਊਏਸ਼ਨ ਹੋਣ ਤੋਂ ਬਾਅਦ ਫਿਰ ਇਹ ਜਿਹੜੇ ਅਵਾਰਡ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ। ਇਹਦੇ ਵਿੱਚ ਉਸ ਦੀ ਐਕਸਪੀਰੀਅੰਸ ਕਾਊਂਟ ਕੀਤਾ ਗਿਆ, ਜਿਹੜਾ 1 ਸਾਲ ਦਾ ਐਕਸਪੀਰੀਅੰਸ ਸੀ, 10 ਸਾਲ ਦਾ ਸੀ, ਉਹ ਕਾਊਂਟ ਕੀਤਾ ਗਿਆ। ਉਹਦੀ ਕੁਆਲੀਫਿਕੇਸ਼ਨ ਨੈਟ ਕੁਆਲੀਫਾਈਡ ਹੈ। ਫਿਰ ਉਸ ਤੋਂ ਕਿਸੇ ਟੌਪਿਕ ਦੇ ਉੱਤੇ ਵੀਡੀਓ ਮੰਗਵਾਈ ਗਈ ਸੀ, ਉਸ ਦੇ ਵਿਚਾਰ ਦੇਖੇ ਗਏ ਨੇ। ਤਕਰੀਬਨ 80 ਬੰਦਿਆਂ ਦੀ ਟੀਮ ਲੱਗੀ ਹੋਈ ਸੀ, ਉਹਨਾਂ ਨੇ ਪ੍ਰੋਪਰ ਵੈਲਿਊਏਸ਼ਨ ਕੀਤਾ। ਦੂਸਰਾ, ਅੱਜ ਮੁੱਖ ਮੰਤਰੀ ਸਾਹਿਬ ਦੇ ਅੱਗੇ ਅਸੀਂ ਕੁਝ ਆਪਦੀਆਂ ਪ੍ਰਾਈਵੇਟ ਸੰਸਥਾਵਾਂ ਦੀਆਂ ਮੰਗਾਂ ਰੱਖੀਆਂ ਨੇ, ਕਿਉਂਕਿ ਜਿਹੜੇ ਸਾਡੀਆਂ ਸੰਸਥਾਵਾਂ ਹੁੰਦੀਆਂ ਨੇ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨਸ ਨੇ, ਇਹ ਕੋਈ ਵਿੱਤੀ ਸਹਾਇਤਾ ਨਹੀਂ ਲੈਂਦੇ ਸਰਕਾਰ ਤੋਂ। ਅਸੀਂ ਜਿਹੜੀਆਂ ਮੰਗਾਂ ਰੱਖੀਆਂ ਨੇ ਉਹ ਵਿਦਿਆਰਥੀਆਂ ਤੇ ਮਾਪਿਆਂ ਲਈ ਰੱਖੀਆਂ ਨੇ, ਜਿਵੇਂ ਕਿ ਬੱਸ ਪਾਸ ਦੀ ਸਹੂਲਤ ਦੀ ਸੰਧੂ ਸਾਹਿਬ ਨੇ ਗੱਲ ਕੀਤੀ ਹੈ। ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰਾਈਵੇਟ ਸੰਸਥਾਵਾਂ ਨੇ, ਇੱਥੇ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਕਮਰਸ਼ੀਅਲ ਰੇਟ ਤੇ ਆਉਂਦਾ, ਵਪਾਰਕ ਆਉਂਦਾ, ਜਦ ਕਿ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਇਹ ਡੋਮੈਸਟਿਕ ਹੁੰਦਾ। ਅਸੀਂ ਇਹ ਜਿਹੇ ਛੋਟੀਆਂ ਗੱਲਾਂ ਵੀ ਜਿਹੜੇ ਇਹ 55% ਵਿਦਿਆਰਥੀ ਅਸੀਂ ਪੜ੍ਹਾ ਰਹੇ ਹਾਂ, 5 ਲੱਖ ਪਰਿਵਾਰਾਂ ਨੂੰ ਇਹਨਾਂ ਸੰਸਥਾਵਾਂ ਵਿੱਚ ਰੁਜ਼ਗਾਰ ਮਿਲਿਆ ਹੋਇਆ, ਤਾਂ ਇਹਨਾਂ ਸੰਸਥਾਵਾਂ ਤੇ ਵੀ ਕੁਛ ਨਾ ਕੁਛ ਸਰਕਾਰ ਆ ਜਿਹੜੀ ਉਹ ਸੋਚੇ ਅਤੇ ਇਹਨਾਂ ਨੂੰ ਜਿਹੜੇ ਬੇਸਿਕ ਸਹੂਲਤਾਂ ਨੇ ਜਿਹੜੀਆਂ ਉਹ ਦੇਣ। ਅੱਜ ਦੇ ਇਸ ਜਿਹੜੇ ਅਵਾਰਡ ਫੰਕਸ਼ਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਭਰੋਸਾ ਦਿੱਤਾ ਔਰ ਇਸ ਦੇ ਨਾਲ ਹੀ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਾਡੇ ਕਾਲਜਾਂ ਦੀ ਸਮੱਸਿਆ ਚੱਲ ਰਹੀ ਸੀ। ਦਲਿਤ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਪਿਛਲੇ 4 ਸਾਲਾਂ ਤੋਂ ਰੁਕਿਆ ਹੋਇਆ ਸੀ, ਉਸ ਨੂੰ ਜਾਰੀ ਕਰਨ ਦੇ ਲਈ ਵੀ ਬਿਕੋਜ਼ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹ ਪਹਿਲਾਂ ਵੀ ਦਲਿਤ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਂਦੇ ਰਹੇ ਨੇ, ਉਹਨਾਂ ਨੇ ਅੱਜ ਭਰੋਸਾ ਦਿੱਤਾ ਵੀ ਇਹ ਵੀ ਅਸੀਂ ਜਿਹੜਾ ਸਮੱਸਿਆ ਹੈਗੀ ਆ ਉਹ ਜਲਦ ਹੱਲ ਕਰਾਂਗੇ। ਸਰ, ਜਿਹੜਾ ਪ੍ਰੋਗਰਾਮ ਤੁਹਾਡਾ ਸਾਲਾਨਾਵਾਰ ਹੋਊਗਾ ਕਿ ਹਰ ਸਾਲ ਜੀ ਇਹ 5 ਸਤੰਬਰ ਦੀ ਸਾਡੀ ਡੇਟ ਟੀਚਰ ਡੇ ਦੇ ਉੱਤੇ ਰੱਖੀ ਹੋਈ ਸੀ। ਇਸ ਵਾਰ ਪਹਿਲੇ ਸਾਲ ਕਰਕੇ ਥੋੜਾ ਲੇਟ ਚੱਲ ਰਿਹਾ, ਅਗਲੇ ਸਾਲਾਂ ਦੇ ਵਿੱਚ ਇਸ ਨੂੰ 4 ਸਤੰਬਰ ਜਾਂ 3 ਸਤੰਬਰ ਨੂੰ ਸਾਡੀ ਡੇਟ ਇਹਦੀ ਫਿਕਸ ਹੋਈ। ਮੈਂ ਪਹਿਲਾਂ ਵੀ ਤੁਹਾਨੂੰ ਕੁਐਸਚਨ ਕੀਤਾ ਸੀਗਾ, ਇੱਕ ਵਾਰ ਰਿਪੀਟ ਕਰ ਦਿਓ ਵੀ ਜਿਹੜੇ ਆਪਣੇ ਸਰਕਾਰੀ ਟੀਚਰ ਤੁਸੀਂ ਉਹਨਾਂ ਨੂੰ ਵੀ ਸਨਮਾਨ ਸਮਾਰੋਹ 'ਚ ਸ਼ਾਮਿਲ ਕਰੋਗੇ ਇਹਨਾਂ 'ਚ ਆਪਣੇ? ਬਿਲਕੁਲ ਜੀ, ਕਹਾਂ ਨੈਕਸਟ ਇਸ ਸਾਲ ਅਸੀਂ ਨਹੀਂ ਕੀਤੇ ਹੈਗੇ ਤੇ ਅਗਲੇ ਸਾਲ ਦੇ ਵਿੱਚੋਂ ਇਹ ਓਪਨ ਕੈਟਾਗਰੀ ਹੋਊਗੀ। ਜਿਸ ਤਰ੍ਹਾਂ ਇਸ ਵਾਰ ਵੀ 2 ਕੈਟਾਗਰੀਆਂ ਸੀ, ਇੱਕ ਪ੍ਰਾਈਵੇਟ ਸਕੂਲਾਂ ਦੀ ਕੈਟਾਗਰੀ ਸੀ, ਇੱਕ ਓਪਨ ਕੈਟਾਗਰੀ ਸੀ। ਇਸ ਵਾਰ ਵੀ ਸੀ, ਉਹਦੇ ਵਿੱਚ ਵੀ ਕੋਈ ਸਰਕਾਰੀ ਟੀਚਰ ਅਪਲਾਈ ਕਰ ਸਕਦਾ ਸੀ, ਲੇਕਿਨ ਅਗਲੇ ਸਾਲ ਤੋਂ ਅਸੀਂ ਇਹ ਕੈਟਾਗਰੀ ਇੱਕ ਹੋਰ ਐਡ ਕਰਨ ਜਾ ਰਹੇ ਹਾਂ। ਸੀਐਮ ਸਾਹਿਬ ਨੇ ਆਫ ਦਾ ਰਿਕਾਰਡ ਵੀ ਗੱਲ ਕੀਤੀ ਹੈ ਬਾਈ ਜਿਹੜੇ ਬੱਸ ਪਾਸ ਜਾਰੀ ਹੋਏ ਉਹਨਾਂ ਦੇ ਲਗਭਗ ਹਾਂ ਪੱਖੀ ਹੀ ਉਹਨਾਂ ਨੇ ਉੱਤਰ ਦਿੱਤਾ ਤੇ ਕੱਲ ਟਰਾਂਸਪੋਰਟ ਮਿਨਿਸਟਰਸ ਆਏ ਸੀਗੇ, ਉਹਨਾਂ ਨੇ ਵੀ ਲਗਭਗ ਹਾਂ ਪੱਖੀ ਗੱਲ ਕੀਤੀ ਹੈ। ਡਾਕਟਰ ਸਾਹਿਬ ਤੁਸੀਂ ਇਸ ਦੇ ਵਿੱਚ ਅਵਾਰਡ ਮਿਲਦਾ ਜੀ, ਸਰਟੀਫਿਕੇਟ ਮਿਲਦੀ ਹੈ। ਇਸ ਤੋਂ ਇਲਾਵਾ ਉਹਨਾਂ ਨੂੰ 1 ਸਾਲ ਤੱਕ ਫ੍ਰੀ ਟ੍ਰੇਨਿੰਗਸ, ਰੈਜ਼ੀਡੈਂਸ਼ੀਅਲ ਟ੍ਰੇਨਿੰਗਸ ਦਿੱਤੇ ਜਾਂਦੇ। ਡਾਕਟਰ ਸਾਹਿਬ, ਇੱਕ ਵਾਰ ਤੁਸੀਂ ਜਿਹੜੀ ਹਰ ਵਾਰ ਇਹ ਗੱਲ ਕਰ ਰਹੇ ਹੋ ਕਿ ਪ੍ਰਾਈਵੇਟ ਸਕੂਲਾਂ ਤੇ ਡਾਕਾ ਵੱਜਦਾ ਆ ਰਿਹਾ ਹੈ, ਸਰਕਾਰੀ ਸਕੂਲਾਂ ਵੱਲੋਂ ਉਸ ਨੂੰ ਲੈ ਕੇ ਉਹ ਅਸੀਂ ਹੁਣ ਸਮਝਦੇ ਹਾਂ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆ ਦਿੱਤੀ ਹੈ ਗੱਲ। ਇਸ ਤੋਂ ਪਹਿਲਾਂ 2 ਮਹੀਨੇ ਤੋਂ ਪਹਿਲਾਂ ਜਿਹੜੇ ਡਾਟਾ ਜਿਹੜਾ ਇਹਨਾਂ ਨੇ ਐਨਰੋਲਮੈਂਟ ਵਧਾਉਣ ਦੇ ਚੱਕਰ ਦੇ ਵਿੱਚ ਪ੍ਰਾਈਵੇਟ ਸਕੂਲਾਂ ਡਾਟਾ ਫੈਚ ਕਰ ਲੈਂਦੇ ਸੀਗੇ ਤੇ ਉਹਨਾਂ ਨੂੰ ਆਪਦੇ ਜਬਰਨ ਆਪਦੇ ਸਕੂਲਾਂ 'ਚ ਦਾਖਲ ਕਰਦੇ ਸੀ। ਅਸੀਂ ਅੱਜ ਮੁੱਖ ਮੰਤਰੀ ਸਾਹਿਬ ਦੇ ਇਹ ਧਿਆਨ 'ਚ ਲਿਆ ਦਿੱਤਾ ਗਿਆ ਤੇ ਉਮੀਦ ਆ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਹੁਣ ਜਿਹੜੀਆਂ ਨੇ ਉਹ ਪੋਲੀਟੀਕਲ ਨਹੀਂ ਹੋਣਗੀਆਂ।